हाजिर हाँ दोस्तों, पंजाबी बुलेटिन का लिटरेचर शो इंज भी पढ़िया जा सकता है। साहित्य पिछले हफ्ते असी गल की सी, पता नहीं किवें तृप्ता के सिंह होरां दी किताब रह गई एक दिन कहानी संग्रह। अज उहदे बारे गल करांगे। तृप्ता के सिंह होरां दी किताब है एक दिन कहानियां दा संग्रह है। पर उहदे तो पहला मैं पता नहीं कैसी अवस्था हुंदी है ये, मैं इस अवस्था चो अक्सर लंघदा कि जदों मैनूं कोई शब्द ना वो जकड़ लैंदा है, फड़ लैंदा है, पैरा बैठ जाता उस शब्द का। अज तड़कसार दा सतगुरु कबीर दा शब्द भला हुआ रे मेरी गगरी फूटी, मैं पनिया भरन ते छूटी, मेरे सिर से टड़ी बला। तीन लाइना ने आई गॉड सारी दिहाड़ी इन्हां दा पैरा। मैं नोट्स लैने होंदे ने, कहानियां तृप्ता वालियां दी पढ़ियां होईयां सी पिछले हफ्ते में, फिर पढ़ियां दोबारा पढ़ने अच्छा बड़ा लगा। पर अज सवेरे उठदे ही इस तीन लाइना ने, इन्हां तीन लाइना ने मैनूं फड़ लिया। गगरी फूटी, गगरी की है यार? कबीर गगरी नूं गगरी कहणगे, फिर वो भला होया। भला हुआ रे मेरी गगरी फूटी, मैं पनिया भरन ते छूटी, मेरे सिर से टली बला। बला की है? सतगुर कबीर इन्ने हल्के थोड़े जेड़े गगरी नूं गगरी कहणगे ते पनिया भरन से छूटी, इन्ना हल्का नहीं है। बला अरबी का लफ्ज है। सतगुर कबीर दी जुबान च तुसी अरबी, फारसी, संस्कृत, पाली, ब्रज पता नहीं किन्नियां भाषावां दा तुहानूं ऐसे आलम फाजल लोग बला। जदों रब्बे करीम ने बंदा बनाया तो पुतले नूं पुछया कि दस मैं तेरा रब नहीं है? ते पुतले ने अरबी का लफ्ज है भला, हाँ। और सतगुरु कबीर कितने खड़े ने? बला भी टल गई। पुतले ने पूछा मैं तेरा रब नहीं है? वो कह रहा बला। सतगुरु कबीर कह रहे मेरे सिर से टड़ी बला। रब भी टालता। वो बला दे सिद्धांतकी दे विच फिर गगरी फूटी तो मैं पनिया भरन ते छूटी। अगली लाइन च फिर स्टैंजेस दे विच भी कहंदे ने कि भला हुआ मेरी माला टूटी, मैं राम भजन ते छूटी। वो जिस उचाण दे उत्ते, जिस धरातल दे उत्ते साडे सतगुर लोग विचरदे ने, आहा तुसी ओ खड़े ने ध्रुव तारे, तो उतां किते भला हुआ रब रूप भी कोई नहीं यार, सिर से टली बाला। हर हुए तो हम हुए, नहीं छड्डना हम माय गॉड। पैरा सी पर यह गल कीते बगैर हम मैनूं धक्के नाल बाबे कोलों छुड़ाउणा पैना अपने आप नूं, क्योंकि मैं अज गल करनी जिहड़ी
ਉਹ ਤ੍ਰਿਪਤਾ ਕੇ ਸਿੰਘ ਹੋਰਾਂ ਦੇ ਕਹਾਣੀ ਸੰਗ੍ਰਹਿ ਇੱਕ ਦਿਨ ਦੀਆਂ ਕਹਾਣੀਆਂ ਬਾਰੇ ਕਰਨੀ ਹੈ। ਪੰਜਾਬੀ ਕਹਾਣੀ ਦੇ ਹਵਾਲੇ ਦੇ ਨਾਲ ਕੁਝ ਗੱਲਾਂ ਕਰਾਂਗੇ। ਤ੍ਰਿਪਤਾ ਹੋਰੀ ਸਾਡੇ ਦੋਸਤਾਂ ਦੇ ਘੇਰੇ 'ਚ ਬਹੁਤ ਨੇੜਲੇ ਦੋਸਤਾਂ ਦੇ ਜਿਹੜੇ ਸੰਘਣੇ ਦੋਸਤ ਹੁੰਦੇ ਨੇ, ਕੁਛ ਜਿਨ੍ਹਾਂ ਦੀ ਤੁਹਾਡੇ ਮਨ ਦੇ ਵਿੱਚ ਬਹੁਤ ਰਿਸਪੈਕਟ ਹੁੰਦੀ ਆ, ਇੱਜ਼ਤ ਹੁੰਦੀ ਆ। ਉਹਨਾਂ 'ਚੋਂ ਇੱਕ ਨਾਮ ਹੈ ਤ੍ਰਿਪਤਾ ਹੋਰਾਂ ਦਾ। ਔਰ ਮੈਂ ਤ੍ਰਿਪਤਾ ਹੋਰਾਂ ਦੇ ਹਵਾਲੇ ਦੇ ਨਾਲ ਮੈਂ ਦੇਖ ਰਿਹਾ ਆਪਣੇ ਕੰਟੈਂਪਰੇਰੀ ਸਟੋਰੀ, ਸ਼ਾਰਟ ਸਟੋਰੀ ਰਾਈਟਰਸ ਨੂੰ, ਕਹਾਣੀਕਾਰਾਂ ਨੂੰ। ਉਹਦੇ ਵਿੱਚ ਬੀਬੀਆਂ ਵੀ ਨੇ ਤੇ ਬੀਬੇ ਵੀ ਨੇ। 3 ਬੀਬੀਆਂ ਮੈਨੂੰ ਇਸ ਟਾਈਮ ਬਹੁਤ ਸਸ਼ਕਤ ਕਹਾਣੀ ਲਿਖਦੀਆਂ ਨਜ਼ਰ ਆ ਰਹੀਆਂ ਨੇ। ਤਿੰਨੇ ਹੀ ਜਵੇ ਵਾਲੀਆਂ ਬੀਬੀਆਂ ਮੈਂ ਕਹਾਂਗਾ ਕਹਾਣੀਕਾਰ ਦੇ ਤੌਰ ਦੇ ਉੱਤੇ। ਅਦਰਵਾਈਜ਼ ਵੀ ਜਵੇ ਵਾਲੀਆਂ ਬੀਬੀਆਂ ਸਾਡੀਆਂ ਇਹ। ਤ੍ਰਿਪਤਾ ਹੋਰਾਂ ਦਾ ਮੈਂ ਨਾਂ ਲਿਆ, ਤ੍ਰਿਪਤਾ ਕੇ ਸਿੰਘ ਹੋਰੀ ਨੇ, ਡਾਕਟਰ ਸਰਗੀ ਸਾਡੀ ਛੋਟੀ ਭੈਣ ਹੈ ਉਹ ਸਰਗੀ, ਤੇ ਦੀਪਤੀ ਬਗੂਟਾ। ਹੋਰ ਵੀ ਬੀਬੀਆਂ ਲਿਖਦੀਆਂ ਨੇ। ਮੈਂ 3 ਨਾਂ ਜਿਹੜੇ ਨੇ ਉਹ ਮੈਂ ਨਾਮ ਲਏ ਨੇ। ਇਹਨਾਂ ਤੋਂ ਬਾਅਦ ਮੈਂ 2 ਨਾਮ ਹੋਰ ਬਲਵੀਰ ਕੌਰ ਰੀਹਲ ਦਾ ਔਰ ਪਵਿੱਤਰ ਕੌਰ ਮਾਟੀ ਹੋਰਾਂ ਦਾ ਮੈਂ ਲੈ ਸਕਦਾ। ਨਰਿੰਦਰ ਕੌਰ ਪੱਚੂ ਹੋਰਾਂ ਦੀਆਂ ਕਹਾਣੀਆਂ ਵੀ ਸਾਨੂੰ ਗੋਲਣਯੋਗ ਨੇ। ਜਾਂ ਮਤਲਬ ਇਹ ਨਹੀਂ ਕਿ ਇਹਨਾਂ ਦਾ ਮੈਂ ਕਿਸੇ ਨਾਲ ਮੁਕਾਬਲਾ ਕਰ ਰਿਹਾ, ਪਰ ਆਪਣੇ ਆਪ ਦੇ ਵਿੱਚ ਉਹ ਬਹੁਤ, ਉਹਨਾਂ ਨੇ ਵੀ ਆਪਣੇ ਕਹਾਣੀ ਸੰਗ੍ਰਹਿ ਮੈਨੂੰ ਭੇਜੇ ਨੇ ਸਾਡੇ ਇਸ ਲਿਟਰੇਚਰ ਸ਼ੋਅ ਤੇ। ਆਪਾਂ ਗੱਲ ਕਰਾਂਗੇ ਉਹਨਾਂ ਦੀ ਵੀ, ਕਿਤੇ ਗੱਲ ਕਰਾਂਗੇ ਰੀਹਲ ਦੀ ਵੀ ਗੱਲ ਕਰਾਂਗੇ, ਦੀਪਤੀ ਬਗੂਟਾ ਹੋਰਾਂ ਦੀ ਵੀ ਗੱਲ ਕਰਾਂਗੇ। ਕਿਉਂਕਿ ਮੈਨੂੰ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਾਡੇ ਲਿਟਰੇਚਰ ਸ਼ੋਅ, ਕਿਉਂਕਿ ਨੂਰੀ ਅਨੀਮਨ ਸਿੰਘ ਹੋਰਾਂ ਦਾ ਜਦੋਂ ਦਲਵੀਰ ਚੇਤਨ ਹੋਰਾਂ ਦਾ ਸਨਮਾਨ ਇਹਨਾਂ ਦੋਵਾਂ ਕਿਤਾਬਾਂ ਨੂੰ ਮਿਲਿਆ ਸੀਗਾ, ਨੂਰੀ ਅਨੀਮਨ ਸਿੰਘ ਦਾ ਕਹਾਣੀ ਸੰਗ੍ਰਹਿ ਔਰ ਇੱਕ ਦਿਨ ਤ੍ਰਿਪਤਾ ਕੇ ਸਿੰਘ ਹੋਰਾਂ ਦਾ, ਤਾਂ ਇਹਨਾਂ ਨਾਲ ਵਾਅਦਾ ਮੈਂ ਜ਼ਰੂਰ ਕਰ ਲਿਆ ਸੀ, ਪਰ ਵਿੱਚੋਂ ਮੇਰੇ ਜ਼ਹਿਨ ਚੋਂ ਕਿਤੇ ਉੱਡ ਗਈ ਗੱਲ, ਉਹ ਕਿਵੇਂ ਰਹਿ ਗਈ। ਮੈਂ ਆਪ ਹੈਰਾਨ ਸੀ। ਸਰਗੀ ਨੇ ਦਬਕਾ ਵੀ ਮਾਰਿਆ ਫੇਸਬੁੱਕ ਤੇ ਕਿ ਭਾਈ ਇਹ ਗੱਲ ਕਰਨ ਵਾਲੀ ਕਿਤਾਬ ਕਿਵੇਂ ਰਹਿ ਗਈ। ਬਹਰਹਾਲ ਮੈਂ ਇਹਨਾਂ ਤਿੰਨਾਂ ਦਾ ਦੇਖ ਰਿਹਾ, ਜਿਹੜੇ 3 ਨਾਮ ਮੈਂ ਲਏ ਸੀ, ਤ੍ਰਿਪਤਾ ਕੇ ਸਿੰਘ ਹੋਣੀ, ਡਾਕਟਰ ਸਰਗੀ ਹੋਣੀ, ਦੀਪਤੀ ਬਗੂਟਾ ਹੋਣੀ, ਇਹ ਬਹੁਤ ਹੀ ਸੂਖਸ਼ਮ ਸਬਜੈਕਟਸ ਨੂੰ ਹੱਥ ਪਾਉਂਦੇ। ਮਸਲਨ ਸਾਡੀ ਬਾਇਓਲੋਜੀਕਲ, ਸਾਡੀ ਫਿਜ਼ੀਕਲ, ਸਾਡੀ ਮਾਨਸਿਕ, ਸਾਡੀ ਆਤਮਿਕ ਇੱਕ ਨੀਡ ਹੈ ਜਿਹਨੂੰ ਅਸੀਂ ਕਾਮ ਕਹਿੰਦੇ ਹਾਂ। ਸਾਡੇ ਧਰਮ, ਸਾਡੇ ਜਿਹੜੇ 4 ਪਰਮਾਰਥ ਨੇ, ਧਰਮ, ਅਰਥ, ਕਾਮ ਤੇ ਮੋਕਸ਼, ਉਹਦੇ ਵਿੱਚ ਕਾਮ ਦੇ ਅਰਥ ਇੰਟਾਇਰਲੀ ਡਿਫਰੈਂਟ ਨੇ। ਮੈਂ ਉਹਨਾਂ ਪਰਮਾਰਥਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਟਰੂਥ ਦੀ ਗੱਲ ਕਰ ਰਿਹਾ, ਬੋਡੀ ਦੇ ਟਰੂਥ ਦੀ ਗੱਲ ਕਰਦਾ। ਤਾਂ ਜਾਂ ਸਾਡੇ ਸੈਕਸ਼ੂਅਲ ਬਿਹੇਵੀਅਰ ਦੀ ਗੱਲ ਜਦੋਂ ਕਹਾਣੀ ਦੇ ਵਿੱਚ ਆਉਂਦੀ ਹੈ, ਜਿਹੜੀ ਕਦੇ ਸਾਡੇ ਲਈ ਵਰਜਨਾਵਾਂ ਵਾਂਗ ਰਹੀ ਆ ਪੰਜਾਬੀ ਕਹਾਣੀ ਦੇ ਵਿੱਚ, ਖਾਸ ਤੌਰ ਦੇ ਉੱਤੇ ਇਹੋ ਜਿਹੇ ਵਿਸ਼ੇ ਤੇ ਲਿਖੀਆਂ ਹੋਈਆਂ ਕਹਾਣੀਆਂ ਨੂੰ ਕਿ ਕਿਵੇਂ ਨਫ਼ਰਤ ਜਿਹੀ ਦੀ, ਅਜੀਬ ਜਿਹੀ ਦੀ ਤਰੀਕੇ ਦੇ ਨਾਲ ਕਹਾਣੀਆਂ ਨੂੰ ਲਿਆ ਜਾਂਦਾ ਸੀਗਾ। ਤਾਂ ਇਹ ਤਿੰਨੇ ਹੀ ਸਾਡੀਆਂ ਕਹਾਣੀ ਲੇਖਕ ਜਿਹੜੀਆਂ ਨੇ, ਇੰਨੇ ਸੰਜਮ ਦੇ ਨਾਲ, ਇੰਨੀ ਸੂਖਮਤਾ ਦੇ ਨਾਲ, ਇੰਨੀ ਸਹਿਜਤਾ ਦੇ ਨਾਲ, ਇੰਨੇ ਕਿਤੇ ਵੀ ਮਤਲਬ ਜਿਹਨੂੰ ਅਸੀਂ ਅਸ਼ਲੀਲ ਹੋ ਜਾਣਾ ਹੁੰਦਾ ਹੈ, ਕਿਤੇ ਨਾ ਕਿਤੇ ਤੁਹਾਡੇ ਕੋਲ ਚਾਂਸਿਸ ਤਿਲਕਣ ਦੇ ਰਹਿੰਦੇ ਨੇ ਇਹੋ ਜਿਹੇ ਸਬਜੈਕਟ ਦੇ ਉੱਤੇ ਲਿਖਦੇ ਆ। ਕਿਤੇ ਨਾ ਕਿਤੇ ਤੁਹਾਨੂੰ ਤੁਹਾਡੇ ਫਿਕਰਿਆਂ ਦੇ ਵਿੱਚ ਝੋਲ ਲੱਭ ਸਕਦੀ ਹੈ। ਪਰ ਇਹਨਾਂ ਤਿੰਨੇ ਹੀ ਕਹਾਣੀਕਾਰਾਂ ਦੇ ਮੈਨੂੰ ਕਿਤੇ ਵੀ ਇਹੋ ਜਿਹੇ ਸੂਖਮ ਭਾਵੀ ਵਿਸ਼ਿਆਂ ਨੂੰ ਹੱਥ ਪਾਉਂਦਿਆਂ ਨਿਡਰਤਾ ਦੇ ਨਾਲ, ਬਿਲਕੁਲ ਨਿਡਰਤਾ ਦੇ ਨਾਲ, ਬਿਲਕੁਲ ਆਪਣੀ ਗੱਲ ਠੋਸ ਦਲੀਲ ਦੇ ਨਾਲ ਔਰ ਕਹਾਣੀ ਨੂੰ ਬਚਾਉਂਦਿਆਂ ਕਰਦਿਆਂ, ਜਿਸ ਵੇਲੇ ਇਹ ਤਿੰਨੇ ਹੀ ਕਹਾਣੀਕਾਰਾਂ ਸਾਡੀਆਂ ਲਿਖਦੀਆਂ ਨੇ। ਮੈਂ ਸਰਗੀ ਦੀ ਕਹਾਣੀ ਹੌਲੀਡੇ ਵਾਈਫ ਦੇਖ ਰਿਹਾ ਸੀਗਾ ਕਿ ਕਿਵੇਂ ਉਹ ਇੱਕ ਨਾਮਰਦ ਦਾਬਾ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ, ਔਰ ਉਸ ਪਾਤਰ ਦਾ ਬਿਹੇਵੀਅਰ, ਔਰਤ ਪਾਤਰ ਦਾ ਬਿਹੇਵੀਅਰ, ਮਰਦ ਪਾਤਰ ਦਾ ਬਿਹੇਵੀਅਰ, ਜਿਵੇਂ ਜਿਵੇਂ ਮਾਈ ਗॉड ਇਸ ਕਹਾਣੀ ਦੇ ਵਿੱਚ ਵੀ ਬਹੁਤ ਕਿਤੇ ਨਾ ਕਿਤੇ ਤਿਲਕ ਸਕਦਾ ਸੀ। ਤ੍ਰਿਪਤਾ ਕੇ ਸਿੰਘ ਹੋਰਾਂ ਦੀ ਕਹਾਣੀ ਹੈ ਭਲਾ ਬੰਦਾ। ਹੋਰ ਵੀ ਬਹੁਤ ਸਾਰੀਆਂ ਐਸੇ ਕਹਾਣੀ ਸੰਗ੍ਰਹਿ ਦੇ ਵਿੱਚ ਨੇ, ਆਪਾਂ ਗਾਂ ਵੀ ਗੱਲ ਕਰਾਂਗੇ। ਕਿਤੇ ਨਾ ਕਿਤੇ ਕੋਈ ਤਿਲਕਣ ਹੋ ਸਕਦੀ ਸੀ, ਪਰ ਬਿਲਕੁਲ ਸਾਬਤ ਸਬੂਤੇ ਨਿਕਲ ਜਾਂਦੇ ਨੇ ਇਹ ਕਹਾਣੀਕਾਰ, ਜਾਂ
ਜਾਂ ਜਿਹੜੀ ਦੀਪਤੀ ਬਬੂਟਾ ਹੋਰਾਂ ਦੀ ਕਹਾਣੀ, ਮੈਂ ਉਹਦਾ ਨਾਮ ਭੁੱਲ ਗਿਆ, ਉਹਦੇ ਵਿੱਚ ਅੱਧ ਵਿਕਸਿਤ ਦਿਮਾਗ ਦੇ ਬੱਚੇ ਤੋਂ ਉਹ ਜਿਹੜੀਆਂ ਕਰਮਚਾਰੀ ਕੁਆਟਰਾਂ 'ਚ ਰਹਿਣ ਵਾਲੀਆਂ ਬੀਬੀਆਂ ਦੇ ਵਿੱਚੋਂ ਇੱਕ ਬੀਬੀ ਕਿਵੇਂ ਆਪਣੀ ਅਭਿਵਿਅਕਤੀ, ਕਿਵੇਂ ਆਪਣੀ ਤ੍ਰਿਪਤੀ, ਕਿਵੇਂ ਆਪਣੇ ਮਨ ਦੇ ਸਕੂਨ ਸ਼ਾਂਤੀ ਜਿਹੜੀ ਉਹ ਭਾਲਦੀ ਹੈ, ਤਾਂ ਉਹ ਵੀ ਬਹੁਤ ਸਸ਼ਕਤ ਕਹਾਣੀ ਹੈ। ਸਰਦਲ ਸ਼ਾਇਦ ਉਸ ਕਹਾਣੀ ਦਾ ਨਾਮ ਮੈਂ ਰੱਖਿਆ ਸੀ, ਦੀਪਤੀ ਹੋਰਾਂ ਨੇ ਕੋਈ ਹੋਰ ਰੱਖਿਆ ਸੀ, ਕਿਉਂਕਿ ਲਕੀਰ ਦੇ ਵਿੱਚ ਮੈਂ ਛਾਪੀ ਸੀ, ਮੈਨੂੰ ਯਾਦ ਆ ਜੇ। ਜਾਂ ਉਹਨਾਂ ਦੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਐਵੇਂ ਹੀ ਜਿਹੜਾ ਮੈਂ ਕਹਿੰਦਾ ਕਿ ਇਹ ਤਿੰਨੇ ਬੀਬੀਆਂ ਤਿਲਕਮੇ ਬਰਤਾਂਤ ਲਿਖਦੀਆਂ ਵੀ ਕਿਤੇ ਤਿਲਕ ਦੀਆਂ ਨਜ਼ਰ ਤੁਹਾਨੂੰ ਨਹੀਂ ਆਉਂਦੀਆਂ। ਇਹਨਾਂ ਦੇ ਕਦਮ ਬਿਲਕੁਲ ਸਬੂਤੇ ਕਦਮ ਹੁੰਦੇ ਨੇ। ਤਾਂ ਇਸ ਵਿਸ਼ੇ ਦੇ ਉੱਤੇ ਜਿਸ ਵੇਲੇ ਲਿਖਦੀਆਂ ਨੇ, ਤੇ ਫਿਰ ਜਿਹੜੀ ਅਵਚੇਤਨ ਹੈ, ਜਿਹੜਾ ਸੱਭਿਆਚਾਰਕ ਅਵਚੇਤਨ ਹੈ, ਉਹਦੇ ਵਿੱਚ ਪੈਟਰੀਆਰਕੀ ਜਿਹੜੀ ਹੈ, ਪਿਤਰਕੀ ਸੱਤਾ ਜਿਹੜੀ ਹੈ, ਕਲਚਰਲ ਅਵਚੇਤਨ ਜਿਹਨੂੰ ਮੈਂ ਕਹਿ ਰਿਹਾ ਹਾਂ, ਸੱਭਿਆਚਾਰਕ ਅਵਚੇਤਨ ਜਿਹਨੂੰ ਮੈਂ ਕਹਿ ਰਿਹਾ ਹਾਂ, ਜਿਹਨੂੰ ਸਮਾਜਿਕ ਅਵਚੇਤਨ ਆਪਾਂ ਵੀ ਕਹਿ ਸਕਦੇ ਹਾਂ, ਕਿਉਂਕਿ ਇੱਕ ਅਵਚੇਤਨ ਤੁਹਾਡੇ ਇੱਕ ਲਾਪੇ ਦਾ ਹੁੰਦਾ ਆ, ਇੱਕ ਅਵਚੇਤਨ ਤੁਹਾਡਾ ਜਿਹੜਾ ਹੈ ਉਹ ਅਣਦਿਖਦੀਆਂ ਜਿਹੜੀਆਂ ਬਹੁਤ ਸੂਖਮ ਪ੍ਰਵਿਰਤੀਆਂ, ਬਿਰਤੀਆਂ, ਦਾਬੇ, ਸਾਜ਼ਿਸ਼ਾਂ ਜਿਹੜੀਆਂ ਤੁਹਾਨੂੰ ਘੜ ਰਹੀਆਂ ਹੁੰਦੀਆਂ ਨੇ, ਜਾਂ ਉਹ ਸਿਸਟਮ ਜਿਹੜਾ ਸਾਨੂੰ ਘੜ ਰਿਹਾ ਹੁੰਦਾ ਹੈ, ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ, ਪਰ ਅਸੀਂ ਕਿਤੇ ਨਾ ਕਿਤੇ ਘਾੜ ਹੋ ਰਹੇ ਹੁੰਦੇ ਆ। ਤ੍ਰਿਪਤਾ ਕੇ ਸਿੰਘ ਹੋਰਾਂ ਦੀਆਂ ਕਹਾਣੀਆਂ ਮੈਂ ਇਸ ਕਰਕੇ ਕਹਿੰਦੀ ਹਾਂ, ਉਹ ਕਦੇ ਵੀ ਨਿੱਜੀ ਗੱਲ ਕਰਦਿਆਂ ਵੀ ਤੁਹਾਨੂੰ ਸਾਫ਼ ਪਤਾ ਲੱਗਦਾ ਕਿ ਭਾਈ ਨਿੱਜ ਦੀ ਜ਼ਿੰਦਗੀ ਹਟਾਉਂਦਿਆਂ ਵੀ ਇਹਨੂੰ ਜਿਹੜਾ ਸਮਾਜਿਕ ਸਿਸਟਮ ਘੜ ਰਿਹਾ ਹੈ, ਇਹਦੇ ਨਿੱਜ ਨੂੰ ਜਿਹੜਾ ਕਰ ਰਿਹਾ ਹੈ, ਇਹਦੇ ਸੈਕਸ਼ੂਅਲ ਰਿਪਰੈਸ਼ਨ ਨੂੰ ਜਿਹੜਾ ਕਰ ਰਿਹਾ ਹੈ, ਇਹਦੇ ਸੈਕਸ਼ੂਅਲ ਬਿਹੇਵੀਅਰ ਨੂੰ ਜਿਹੜਾ ਕਰ ਰਿਹਾ ਹੈ, ਇਹਦੇ ਸੈਕਸ਼ੂਅਲ ਤੰਗ ਦਿਲੀ ਨੂੰ ਜਿਹੜਾ ਕਰ ਰਿਹਾ ਹੈ, ਇਹਦੇ ਮਰਦ ਦੇ ਜਿਹੜੇ ਦੰਭ ਨੂੰ ਕਰ ਰਿਹਾ ਹੈ, ਉਸ ਸਿਸਟਮ ਦੀਆਂ ਬਹੁਤ ਸੂਖਮ ਸ਼ਾਖਾਵਾਂ ਦੀ ਕਲਸੋ ਤ੍ਰਿਪਤਾ ਕੇ ਸਿੰਘ ਹੋਰਾਂ ਦੀਆਂ ਕਹਾਣੀਆਂ ਤੋਂ ਤੁਹਾਨੂੰ ਪੈ ਜਾਂਦੀ ਆ। ਇਹ ਬਹੁਤ ਖੂਬਸੂਰਤੀ ਹੁੰਦੀ ਹੈ ਕਿ ਤੁਸੀਂ ਨਿੱਜ ਬਾਰੇ ਕਿਸੇ ਦੇ ਲਿਖਦੇ ਆ, ਉਸ ਨਿੱਜ ਦੀ ਘਾੜਤ ਪਿੱਛੇ ਪਏ ਕਾਰਨਾਂ ਨੂੰ ਨਿਸ਼ਾਨਦੇਹ ਕਰਦੇ ਜਾਂਦੇ ਹੋ, ਹੌਲੀ ਆਪਣੀ ਕਹਾਣੀ ਦੇ ਵਿੱਚ ਬਹੁਤ ਹੀ ਸੂਖਮ ਤੰਦਾਂ ਰਾਹੀਂ, ਬਹੁਤ ਹੀ ਸੂਖਮ ਖਿਆਲਾਂ ਦੇ ਰਾਹੀਂ, ਸ਼ਬਦਾਂ ਰਾਹੀਂ, ਇਸ਼ਾਰਿਆਂ ਰਾਹੀਂ, ਮੈਟਾਫਰ ਰਾਹੀਂ, ਤਾਂ ਤੁਹਾਡੇ ਸਾਹਮਣੇ ਪਾਤਰ ਨਹੀਂ, ਫਿਰ ਉਹ ਸਿਸਟਮੀ ਬੰਦਾ ਜਿਹੜਾ ਹੈ, ਉਹ ਸਿਸਟਮੀ ਬੰਦਾ ਤੁਹਾਡੇ ਸਾਹਮਣੇ ਜਦੋਂ ਖੁੱਲ੍ਹਦਾ ਹੈ, ਤਾਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਭਾਈ ਸਾਡੀਆਂ ਇਹ ਬੀਬੀਆਂ ਤੇ ਸਾਡੇ ਜਿਹੜੇ ਬੀਬੇ ਕੰਟੈਂਪਰੇਰੀ ਲਿਖ ਰਹੇ ਨੇ, ਜਿਨ੍ਹਾਂ ਵਿੱਚੋਂ ਬਹੁਤੇ ਤਾਂ ਚੁੱਪ ਹੋ ਗਏ ਨੇ, ਮੈਂ ਹੈਰਾਨ ਹਾਂ, ਤਾਂ ਜਿਹੜੇ ਲਿਖ ਵੀ ਰਹੇ ਨੇ ਉਹ ਕਿਵੇਂ ਇੱਕ ਰੋਮਾਂਟਿਕ ਸਿਰਜ ਕੇ, ਰੋਮਾਂਸ ਸਿਰਜ ਕੇ ਕਹਾਣੀਆਂ ਆਈਆਂ ਨੇ ਪਿਛਲੇ ਸਮਿਆਂ ਦੇ ਵਿੱਚ, ਜਿਹਨਾਂ ਚੋਂ ਵੈਸੇ ਅਨੇਮਨ ਸਿੰਘ ਕਿਤੇ ਨਾ ਕਿਤੇ, ਬਲੀਜੀਤ ਔਰ ਅਨੇਮਨ ਸਿੰਘ ਹੋਰੀ ਦੋ, ਬਲੀਜੀਤ ਵੀ ਵੱਡਾ ਨਾਮ ਹੈ ਸਾਡੇ ਕੋਲ, ਉਹਨਾਂ ਦੀਆਂ ਕਹਾਣੀਆਂ ਤੇ ਵੀ ਗੱਲ ਕਿਤੇ ਆਉਣੀ ਚਾਹੀਦੀ ਹੁੰਦੀ ਆ। ਅਨੇਮਨ ਸਿੰਘ, ਇਹ ਦੋ ਬਚੇ ਰਹਿ ਗਏ, ਬਾਕੀ ਸਾਡੇ ਜਾਂ ਤਾਂ ਚੁੱਪ ਹੋ ਗਏ ਨੇ ਤੇ ਜਾਂ ਫਿਰ ਰੋਮਾਂਟਿਕ ਹੋ ਗਏ ਨੇ, ਰੋਮਾਂਸ ਦੇ ਵਿੱਚੋਂ। ਔਰ ਰੋਮਾਂਸ ਦੇ ਵੀ ਮਾਇਨੇ ਉੱਥੇ ਤੱਕ ਸੀਮਤ ਨਹੀਂ ਸਾਨੂੰ ਕਰ ਲੈਣੇ ਚਾਹੀਦੇ। ਸਾਨੂੰ ਜਦੋਂ ਅਸੀਂ ਢਾਡੀਆਂ ਦੀਆਂ ਵਾਰਾਂ ਸੁਣਦੇ ਹਾਂ, ਉਹ ਵੀ ਰੋਮਾਂਸ ਹੀ ਹੈ। ਅੱਜ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਲੋਕ ਘੋਲਾਂ 'ਚ ਨੇ, ਤੇ ਉੱਥੇ ਜਿਹੜੀਆਂ ਕਵਿਤਾਵਾਂ ਸਾਡੇ ਲੋਕ ਲਿਖ ਰਹੇ ਨੇ, ਉਹ ਵੀ ਕਿਤੇ ਨਾ ਕਿਤੇ ਰੋਮਾਂਟਿਕ ਖੇਤਰ ਦੇ ਵਿੱਚ ਹੀ ਆ ਜਾਂਦੀਆਂ। ਮੈਂ ਉਹਨਾਂ ਨੂੰ ਛਡਿਆਉਂਦਾ ਵਡਿਆਉਂਦਾ ਨਹੀਂ ਆ, ਕਿਉਂਕਿ ਇਹੋ ਜਿਹੇ ਘੋਲਾਂ ਦੇ ਵਿੱਚ ਫਿਰ ਲੜਾਈਆਂ ਦੇ ਵਿੱਚ ਇਹੋ ਜਿਹੀਆਂ ਤੱਤੀਆਂ ਕਵਿਤਾਵਾਂ ਵੀ ਆਉਣੀਆਂ ਹੁੰਦੀਆਂ ਨੇ, ਤੱਤੇ ਗੀਤ ਵੀ ਆਉਣੇ ਹੁੰਦੇ ਨੇ, ਜਾਂ ਜੋ ਕੁਝ ਵੀ ਆਉਣਾ ਹੈ, ਬਟ ਉਹ ਰੋਮਾਂਟਿਕ ਹੈ ਸਾਰੇ ਦਾ ਸਾਰਾ, ਹੈ ਨਾ। ਰੋਮਾਂਸ ਦਾ ਮਤਲਬ ਇਕੱਲੀ ਮੁਹੱਬਤ ਦੀਆਂ ਗੱਲਾਂ ਨਹੀਂ ਹੁੰਦੀਆਂ, ਲੜਾਈਆਂ ਦੀਆਂ ਗੱਲਾਂ ਵੀ ਰੋਮਾਂਟਿਕ ਜਾਂ ਰੋਮਾਂਸ ਦੇ ਬਹੁਤ ਵਸੀਹ ਅਰਥ ਨੇ। ਸਾਡੇ ਪ੍ਰੋਫੈਸਰ ਲੋਕ ਜ਼ਿਆਦਾ ਜਾਣਦੇ ਹੁੰਦੇ ਆ, ਅਸੀਂ ਉਸ ਪਾਸੇ ਨੂੰ ਨਾ ਜਾਈਏ। ਸਾਡੇ ਕਹਿਣ ਤੋਂ ਭਾਵ ਮੇਰਾ ਇਹੀ ਹੈ ਕਿ ਯਥਾਰਥਕ ਜਿਹੜਾ ਵਸਤੂਗਤ ਯਥਾਰਥ ਦੇ ਮਨ 'ਚ ਦੇਖਦਿਆਂ ਮਨ 'ਚ ਬਣੇ ਵਿਚਾਰ ਦੀ ਰਿਫਲੈਕਸ਼ਨ ਇਹਨਾਂ ਕਹਾਣੀਕਾਰਾਂ, ਤਿੰਨਾਂ ਹੀ ਕਹਾਣੀਕਾਰਾਂ ਦੇ, ਖਾਸ ਕਰਕੇ ਤ੍ਰਿਪਤਾ ਹੋਰਾਂ ਨੂੰ ਅੱਜ ਅਸੀਂ ਉਹਨਾਂ ਦੀ ਕਹਾਣੀ ਸੰਗ੍ਰਹਿ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਉਹਨੂੰ ਮੁਹੱਬਤ ਦੇ ਨਾਲ ਉਹਦੇ ਬਾਰੇ ਗੱਲਾਂ ਕਰ ਰਹੇ ਹਾਂ। ਤਾਂ ਉਹ ਜਿਹੜੀਆਂ ਕਿਤੇ ਵੀ ਮੈਂ ਕਹਿ ਰਿਹਾ ਸੀਗਾ ਕਿ ਤਿਲਕਮੇ ਬਰਤਾਂਤ 'ਚ ਵੀ ਕਿਤੇ ਸਬੂਤੇ ਕਦਮੀ ਨਿਕਲਦੀਆਂ ਤ੍ਰਿਪਤਾ ਕੇ ਸਿੰਘ ਹੋਰਾਂ ਦੀਆਂ ਮਰੀਆਂ ਹੋਈਆਂ ਮਛਲੀਆਂ, ਹਿਰਸ, ਸੁਪਨ ਸੰਸਾਰ, ਐਸੀਆਂ ਕਹਾਣੀਆਂ ਨੇ ਜਿਹੜੀਆਂ ਮਨੁੱਖੀ ਬਿਰਤੀ ਦੇ ਅਤ ਸੂਖਮ ਛਿਣਾਂ
ਨੂੰ ਫੜਨ ਵਾਲੀਆਂ ਕਹਾਣੀਆਂ ਨੇ। ਜਿਵੇਂ ਸੁਪਨ ਸੰਸਾਰ ਕਹਾਣੀ ਹੈ, ਉਹ ਔਰਤ ਦੇ ਮਨ ਦੇ ਵਿੱਚ ਕਿਵੇਂ ਇੱਕ ਕਾਮ ਦੀ ਤਪਸ਼ ਜਿਹੜੀ ਹੈ ਉਹ ਪੈਦਾ ਹੁੰਦੀ ਹੈ, ਔਰ ਉਸ ਤਪਸ਼ ਦੇ ਪੰਗਰ ਦੇ ਪਲਾਂ ਨੂੰ ਜਿੰਨੀ ਕਲਾਤਮਕਤਾ ਦੇ ਨਾਲ, ਜਿੰਨੀ ਸਹਿਜਤਾ ਦੇ ਨਾਲ, ਜਿੰਨੀ ਸੂਖਮਤਾ ਦੇ ਨਾਲ, ਔਰ ਜਿੰਨੇ ਮੈਂ ਕਹਿੰਦਾ ਹੌਲਾ ਫੁੱਲ ਹੋ ਜਾਂਦਾ ਪਾਠਕ ਕਿ ਇਸ ਵਿਸ਼ੇ ਨੂੰ ਇੰਨੀ ਸੁੰਦਰਤਾ ਦੇ ਨਾਲ ਵੀ ਚਿਤਰਿਆ ਜਾ ਸਕਦਾ ਆ, ਜਾਂ ਇਹ ਲਮਹੇ ਜਿਹੜੇ ਨੇ ਇਹਨਾਂ ਨੂੰ ਫੜਨਾ ਜਿਹੜਾ ਹੈ ਕਿਤੇ ਨਾ ਕਿਤੇ ਤੁਸੀਂ ਜਿੱਥੇ ਡੋਲ ਸਕਦੇ ਆ। ਤ੍ਰਿਪਤਾ ਹੋਣੀ ਉਹਨਾਂ ਨੂੰ ਐ ਠਰਮੇ ਨਾਲ ਖੜੇ ਇੱਕਦਮ ਜਿਹੜਾ ਹੈ ਉਹ ਜਾਂ ਹਿਰਸ ਵਰਗੀ ਕਹਾਣੀ ਦੇ ਵਿੱਚ ਉਹਨਾਂ ਨੇ ਉਹ ਵੀ ਇੰਨੀ ਸੂਖਮ ਹੈ, ਉਹ ਬਜ਼ੁਰਗ ਹੈ, ਉਹ ਬਜ਼ੁਰਗ ਦੇ ਵਾਈਫ ਨਹੀਂ ਹੈ, ਉਹ ਕਿਵੇਂ ਉਹਦੇ ਇੱਕ ਹਿਰਸ ਜਾਗ ਰਹੀ ਹੈ ਉਹਦੇ ਮਨ ਦੇ ਵਿੱਚ, ਉਹ ਔਰਤ ਦੇ ਪ੍ਰਤੀ ਕਿਵੇਂ ਉਹ ਸਰਾਣੇ ਨਾਲ ਪਿਆਰ ਕਰਦਾ ਹੈ, ਕਿਵੇਂ ਉਹ ਬੋਲਦਾ ਹੈ, ਕਿਵੇਂ ਉਹ ਅਟਪਟੀਆਂ ਗੱਲਾਂ ਕਰਦਾ ਹੈ, ਊਟ ਪਟਾਂਗ ਗੱਲਾਂ ਕਰਦੀਆਂ, ਜਿਹਦੇ ਵਿੱਚ ਉਹਦੀ ਹਿਰਸ ਝਲਕਦੀ ਹੈ, ਬਾਰ-ਬਾਰ ਝਲਕਦੀ ਹੈ। ਪੀਠ ਤੇ ਲਿਜਾ ਕੇ ਤੇ ਤ੍ਰਿਪਤਾ ਕੇ ਸਿੰਘ ਦੀ ਔਰਤ ਪਾਤਰ ਬਾਬੇ ਨੂੰ ਕੜਾਵਾ ਭਰਦੀ ਹੈ, ਔਰ ਅੰਤ ਕਹਾਣੀ ਦਾ ਇਹ ਹੈ, ਉਹਦੇ ਘਰ ਵਾਲਾ ਕਹਿੰਦਾ ਕਿ ਬਾਬੇ ਤੋਂ ਬਚ ਕੇ ਰਿਹਾ, ਹਿਰਸ ਲੱਗਦਾ, ਹਿਰਸ ਹੈ ਔਰਤ ਦਾ ਤਰਸਿਆ ਹੋਇਆ ਹੈ। ਉਹ ਉਹਨੂੰ ਕਹਿੰਦੀ ਹੈ ਕਿ ਹਿਰਸ ਤੇ ਪਿਆਰ 'ਚ ਬੜਾ ਫਰਕ, ਔਰ ਉਹ ਪਿਆਰ ਉਸ ਔਰਤ ਕੋਲ ਹੀ ਹੋ ਸਕਦਾ ਆ। ਐਸੀ ਸਸ਼ਕਤ ਔਰਤ ਤ੍ਰਿਪਤਾ ਕੋਲ ਹੀ ਹੋ ਸਕਦੀ ਆ। ਇੰਨੀ ਮਾਨਸਿਕ ਬਰੀਕੀ ਵਾਲੀ ਪਾਤਰ ਔਰ ਮਾਨਸਿਕ ਬਰੀਕੀ ਦੀ ਅਭਿਵਿਅਕਤੀ ਵਾਲੀ ਕਹਾਣੀ ਜਿਹੜੀ ਹੈ ਹਿਰਸ ਉੱਥੇ ਹਿਰਸ ਬਿਲਕੁਲ ਨਹੀਂ ਆ, ਹਿਰਸ ਨਹੀਂ ਆ, ਉੱਥੇ ਪਿਆਰ ਆ। ਹਿਰਸ ਤਾਂ ਵਿਅੰਗ ਹੈ ਕਿ ਹਿਰਸ ਨਹੀਂ ਹੈ ਯਾਰ, ਉੱਥੇ ਪਿਆਰ ਆ। ਉਹਦੀ ਕਹਾਣੀ ਦੀ ਖੂਬਸੂਰਤੀ ਇਹ ਆ ਕਿ ਹਿਰਸ ਨਾ ਹੋ ਕੇ ਪਿਆਰ ਆ, ਹਿਰਸ ਨਹੀਂ ਹੈ। ਜਿਵੇਂ ਐਵੇਂ ਸੁਪਨ ਸੰਸਾਰ ਹੈ, ਉਹਦੇ ਵਿੱਚ ਵੀ ਸੁਪਨ ਕਿਤੇ ਨਹੀਂ ਆ, ਉਹਦੇ ਵਿੱਚ ਵੀ ਦੇਹ ਦਾ ਯਥਾਰਥ ਹੈ। ਸੁਪਨ ਸੰਸਾਰ ਨਹੀਂ ਹੈ ਉਹ ਸੁਪਨ ਸੰਸਾਰ ਇੱਕ ਵਿਅੰਗ ਹੈ, ਯਥਾਰਥ ਦੇਹ ਦਾ ਹੈ, ਔਰ ਉਸ ਦੇਹ ਦੇ ਯਥਾਰਥ ਨੂੰ ਇੰਨੀ ਸੁੰਦਰਤਾ ਦੇ ਨਾਲ ਜਿਹੜਾ ਹੈ ਉਹ ਲਿਖਿਆ। ਐਵੇਂ ਮਰੀਆਂ ਹੋਈਆਂ ਮਛਲੀਆਂ ਉਹਨਾਂ ਦੀ ਕਹਾਣੀ ਹੈ, ਜਿਹੜੀ ਮਰਦਾਵੇਂ ਦੰਭ ਨੂੰ ਐਸਾ ਵੱਢ ਮਾਰਵਾ ਚਿਤਰਦੀ ਹੈ ਕਿ ਬੰਦਾ ਆਪਣੇ ਆਪ ਨੂੰ ਗਲਾਜ਼ਤ 'ਚ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ। ਉਹਦੇ ਪਿੱਛੇ ਵੀ ਸਾਰਾ ਦਾ ਸਾਰਾ ਫਿਰ ਸਮਾਜਿਕ ਦਾਬਾ, ਸਾਰੀ ਦੀ ਸਾਰੀ ਪੈਟਰੀਆਰਕਲ ਪਹੁੰਚ, ਸਾਰੀ ਦੀ ਸਾਰੀ ਉਹ ਪਿੱਤਰੀ ਸੱਤਾ, ਸਾਰੀ ਦੀ ਸਾਰੀ ਮਾਨਸਿਕ ਅਵਚੇਤਨ ਜਿਹੜਾ ਹੈ, ਕਲਚਰਲ ਅਵਚੇਤਨ ਜਿਹੜਾ ਹੈ, ਤੁਹਾਨੂੰ ਉਹ ਸਾਰਾ ਦਿਖਾਈ ਦੇ ਜਾਂਦਾ ਹੈ ਇਹਨਾਂ ਲੋਕਾਂ ਦੇ। ਕਿਵੇਂ ਉਹ ਆਪਣੀਆਂ ਮਛਲੀਆਂ ਦਿਖਾਉਣੀਆਂ ਨੇ ਉਹਨੇ, ਉਹ ਸਾਰੀਆਂ ਦੇ ਸਾਰੀਆਂ ਜਿਹੜੀਆਂ ਮਛਲੀਆਂ ਫਿਰ ਮਰ ਜਾਂਦੀਆਂ ਨੇ, ਮਰੀਆਂ ਹੋਈਆਂ ਮਛਲੀਆਂ ਨੇ, ਉਹਨਾਂ ਨੂੰ ਬੜੇ ਵਿਅੰਗਾਤਮਕ ਤਰੀਕੇ ਦੇ ਨਾਲ ਉਹਨਾਂ ਦੀ ਕਹਾਣੀ ਦੀ ਖੂਬਸੂਰਤੀ ਇਹ ਹੈ। ਜਿਵੇਂ ਮੈਂ ਕਿਹਾ ਹਿਰਸ 'ਚ ਹਿਰਸ ਕੁਛ ਨਹੀਂ, ਸੁਪਨ ਸੰਸਾਰ 'ਚ ਸੁਪਨ ਕੁਛ ਨਹੀਂ, ਔਰ ਮਰੀਆਂ ਹੋਈਆਂ ਮਛਲੀਆਂ ਦਾ ਵਿਅੰਗ ਜਿਵੇਂ ਉਹਨਾਂ ਨੇ ਚਿਤਰਿਆ, ਇਹ ਵੀ ਇੱਕ ਉਹਨਾਂ ਦੀ ਜੁਗਤ ਕਹਾਣੀ ਦੀ ਜਿਹੜੀ ਤ੍ਰਿਪਤਾ ਕੇ ਸਿੰਘ ਹੋਰਾਂ ਦੀ ਕਹੀ ਜਾ ਸਕਦੀ ਹੈ। ਜਿਹੜੀ ਕਹਾਣੀ, ਹੋਰ ਬਹੁਤ ਸਾਰੀਆਂ ਕਹਾਣੀਆਂ ਨੇ, ਉਹਨਾਂ ਨੇ ਲੰਬਾ ਚੌੜਾ ਬਿਰਤਾਂਤ ਹੈ। ਜਿਹੜੀ ਕਹਾਣੀ ਇੱਕ ਦਿਨ ਹੈ, ਦੇਖੋ ਤ੍ਰਿਪਤਾ ਕੇ ਸਿੰਘ ਨਵੇਕਲੀ ਕਿਉਂ ਹੈ? ਤ੍ਰਿਪਤਾ ਕੇ ਸਿੰਘ ਇੱਕ ਦਿਨ ਕਰਕੇ ਹੀ ਨਵੇਕਲੀ ਹੈ। ਤ੍ਰਿਪਤਾ ਕੇ ਸਿੰਘ ਦੀ ਔਰਤ ਦੇ ਮਨ ਦੀਆਂ ਗ੍ਰੰਥੀਆਂ ਨੂੰ ਵੱਜੀਆਂ ਜਿਹੜੀਆਂ ਗੰਢਾਂ ਨੇ ਨਾ, ਇੱਕ ਤੇ ਉਹ ਗੰਢਾਂ ਦੀ ਨਿਸ਼ਾਨਦੇਹੀ ਕਰਦੀ ਹੈ ਇੱਕ ਇੱਕ ਕਰਕੇ ਬਹੁਤ ਸਾਰੀਆਂ ਕਹਾਣੀਆਂ ਦੇ ਵਿੱਚ। ਉਹਦੀਆਂ ਖਾਸ ਕਰਕੇ ਪੇਂਡੂ ਪਿਛੋਕੜ ਵਾਲੀਆਂ ਕਹਾਣੀਆਂ ਨੂੰ ਛੱਡ ਕੇ ਜਿਹੜੀਆਂ ਮੱਧ ਵਰਗੀ ਔਰਤ ਦੇ ਮਨ ਦੀਆਂ ਕਹਾਣੀਆਂ ਨੇ, ਜਿਹੜੀਆਂ ਉਹਦੀ ਮਨੋ ਅਵਚੇਤਨ ਦੀਆਂ ਕਹਾਣੀਆਂ ਨੇ, ਉਹਦੇ ਸਮਾਜਿਕ ਅਵਚੇਤਨ ਦੀਆਂ ਕਹਾਣੀਆਂ ਨੇ, ਉਹਦੇ ਕਲਚਰਲ ਬਿਹੇਵੀਅਰ ਦੀਆਂ ਕਹਾਣੀਆਂ ਨੇ, ਤਾਂ ਇਹਨਾਂ ਕਹਾਣੀਆਂ ਦੇ ਵਿੱਚ ਉਹ ਔਰਤ ਦੇ ਮਨ 'ਚ ਇੱਕ ਇੱਕ ਕਰਕੇ ਕਿਵੇਂ ਗੰਢ ਵੱਜਦੀ ਆ, ਉਸ ਸਾਰੇ ਨੂੰ ਇੰਨਾ ਨਸ਼ਰ ਕਰਦੀ ਆ। ਉਹ ਹਰ ਕਹਾਣੀ ਦੇ ਵਿੱਚ ਤੁਹਾਨੂੰ ਲੱਭ ਪੈਗਾ, ਆਹ ਦੇਖੋ ਹੁਣ ਗੰਢ ਵੱਜ ਗਈ, ਆਹ ਦੇਖੋ। ਉਹਦੀ ਨਿਗਾਹ ਇੰਨੀ ਤਿੱਖੀ ਹੈ, ਬਾਜ ਦੀ ਨਿਗਾਹ ਆ। ਉਹ ਆਪਣੇ ਸ਼ਿਕਾਰ ਦੇ ਇੱਕ ਬਿਲਕੁਲ ਬਰੀਕ ਸੂਖਸ਼ਮ ਸ਼ਿਕਾਰ ਤੱਕ ਦੀ ਰਸਾਈ ਜਿਹੜੀ ਆ ਉਹ
ਤੁਹਾਨੂੰ ਤ੍ਰਿਪਤਾ ਕੇ ਸਿੰਘ ਹੋਰਾਂ ਦੀਆਂ ਕਹਾਣੀਆਂ ਦੇ ਵਿੱਚ ਆਰਾਮ ਨਾਲ ਹੀ ਲੱਭ ਜਾਏਗੀ। ਇਹ ਸਭ ਤੋਂ ਮਹੱਤਵਪੂਰਨ ਕਹਾਣੀ ਜਿਹੜੀ ਹੈ ਨਾ, ਉਹਨਾਂ ਦੀ ਹੋਂਦ ਦੇ ਸਵਾਲ ਦੀ ਕਹਾਣੀ ਜਿਹੜੀ ਹੈ, ਮੈਂ ਕੀ ਹਾਂ ਦੀ ਕਹਾਣੀ, ਜਿਹੜੀ ਮਨੁੱਖ ਦਾ ਸਭ ਤੋਂ ਵੱਡਾ ਹੀ ਸਵਾਲ ਇਹ ਆ ਕਿ ਮੈਂ ਬੀਇੰਗ ਏ ਹਿਊਮਨ ਬੀਇੰਗ, ਮੈਂ ਕੀ ਹਾਂ ਯਾਰ, ਮੈਂ ਸਿਸਟਮ 'ਚ ਕੀ ਹਾਂ, ਮੈਂ ਸਮਾਜ 'ਚ ਕੀ ਹਾਂ, ਮੈਂ ਸੱਭਿਆਚਾਰ 'ਚ ਕੀ ਹਾਂ, ਮੈਂ ਪੈਟਰੀਆਰਕਲ ਦਾਬੇ 'ਚ ਕੀ ਹਾਂ, ਮੈਂ ਪਿੱਤਰ ਕੀ ਸਮਾਜ 'ਚ ਕੀ ਹਾਂ, ਮੈਂ ਔਰਤ ਕੀ ਹਾਂ। ਤਾਂ ਉਹ ਐਸਾ ਸਿਸਟਮ ਨੂੰ ਖੋਲਦੇ ਨੇ ਔਰ ਕਿਵੇਂ ਸਹਿਜ ਵਰਤਾਰਾ ਹੋ ਰਿਹਾ ਹੈ। ਕਹਾਣੀ ਹੈ, ਘਰ ਵਾਲੀ ਲਿਖ ਕੇ ਦੇ ਦਿੰਦੀ ਹੈ ਕਿ ਭਾਈ ਆਹ ਮੇਰਾ ਸੁਪਨਾ ਹੈ, ਮੇਰੇ ਜਨਮ ਦਿਨ ਤੇ ਜੇ ਤੂੰ ਆਹ ਤੋਹਫਾ ਦੇ ਦੇ, ਇੱਕ ਦਿਨ ਦੇ ਦੇ ਜਿਹਦੇ ਵਿੱਚ ਮੈਂ ਕਿੱਥੇ ਗਈ, ਕਿੱਥੇ ਰਹੀ, ਕਿਹਦੇ ਨਾਲ ਗਈ, ਕਿੱਥੇ ਕੀ ਹੈ ਕੀ ਨਹੀਂ, ਜਿੱਥੇ ਮੈਂ ਹੋਵਾਂ, ਜਿੱਥੇ ਆਸ਼ੂ ਹੋਵਾਂ, ਮੈਂ ਦੈਟਸ ਆਲ। ਹੁਣ ਇੱਥੇ ਹੀ ਪਿੱਤਰ ਕੀ ਸੱਤਾ ਨੂੰ ਸੱਟ ਵੱਜ ਜਾਂਦੀ ਹੈ, ਇੱਥੇ ਹੀ ਸੱਟ ਵੱਜ ਜਾਂਦੀ ਹੈ ਕਿ ਇਹ ਕੀ ਅਟਪਟਾ ਉਟਪਟਾਂਗ ਹੋਇਆ ਯਾਰ। ਇਹ ਕੌਣ ਹੁੰਦੀ ਆ ਮੈਂ ਇਹ ਕਹਿਣ ਵਾਲੀ ਕਿ ਮੈਨੂੰ ਕਿਸੇ ਨੂੰ ਪਤਾ ਨਾ ਹੋਵੇ ਕਿ ਮੈਂ ਅੱਜ ਦਾ ਦਿਨ, ਇੱਕ ਦਿਨ ਮੈਂ ਕਿਉਂ ਸਵਾਲ। ਔਰ ਬੜੇ ਸੂਖਮ ਤਰੀਕੇ ਦੇ ਨਾਲ ਉਹਨੂੰ ਨਾ ਹੁੰਦੀ ਹੈ, ਉਹਦੇ ਜੀਵਨ ਦੇ ਵਿੱਚ ਨਾ ਕਿਵੇਂ ਹੈ, ਉਸ ਔਰਤ ਦੇ ਜੀਵਨ 'ਚ ਨਾ ਕਿਵੇਂ ਹੈ, ਉਹਨੂੰ ਨਾ ਹੁੰਦੀ ਹੈ ਪਹਿਲੀ ਨਾ ਵਿਆਹ ਤੋਂ ਬਾਅਦ ਜਾਣਾ ਹੈ ਹਨੀਮੂਨ ਤੇ। ਉਹਨੂੰ ਪੁੱਛਿਆ ਜਾਂਦਾ ਕਿੱਥੇ ਜਾਣਾ ਹੈ, ਕਹਿੰਦੀ ਨੈਨੀਤਾਲ। ਲੈ ਕਿਉਂਕਿ ਕਿੱਥੋਂ ਹੈ, ਮਨਾਲੀ ਚੱਲਦੇ। ਉਸ ਅਫਸਰ ਬੰਦਾ, ਪੈਸਿਆਂ ਦਾ ਘਾਟਾ ਨਹੀਂ, ਪਹਿਲੀ ਨਾ। ਸਮਾਜ ਨੂੰ ਬਿਲਕੁਲ ਖਬਰ ਨਹੀਂ ਹੁੰਦੀ, ਉਹਨੂੰ ਖਬਰ ਹੋ ਜਾਂਦੀ ਹੈ ਨੈਨੀਤਾਲ ਨਹੀਂ ਜਾਣਾ, ਮਨਾਲੀ ਜਾਣਾ। ਦੂਜੀ ਨਾ ਵਿਆਹ ਤੋਂ ਬਾਅਦ ਪੜ੍ਹਾਈ ਜਾਰੀ ਰੱਖਣੀ। ਅਫਸਰ ਲੱਗੇ ਹੋਏ ਆ, ਘਰ ਵੱਡਾ, ਚੌਧਰਾਂ, ਖਾਣ ਪੀਣ, ਰਹਿਣ ਸਹਿਣ, ਦਾਣਾ ਦੱਟਾ, ਕੋਠੀਆਂ, ਕਾਰਾਂ, ਤੈਨੂੰ ਕੀ ਲੋੜ ਹੈ। ਦੂਜੀ ਨਾ ਹੈ। ਤੀਜੀ ਨਾ ਆਪ ਬਾਹਰ ਐਸ਼-ਉਸ਼ ਵੀ ਕਰ ਲਈ, ਇੱਧਰ ਉੱਧਰ ਹੋ ਗਿਆ, ਉਹ ਘਰੇ ਹੀ ਰਹੇਗੀ। ਘਰੇ ਕਿਉਂ ਰਹੇਗੀ? ਇਹ ਲੋਕ ਇੱਜ਼ਤ ਵੀ ਨਹੀਂ ਕਰ ਸਕਦੀ, ਅਫਸਰ ਕਿਤੇ ਥਿਉਣਾ। ਤੀਜੀ ਨਾ। ਚੌਥੀ ਨਾ, ਉਹਨੇ ਜਿੱਥੇ ਵੀ ਜਾਣਾ ਹੈ ਉਹਨੂੰ ਮਰਦ ਨੇ ਲੈ ਕੇ ਜਾਣਾ। ਉਹਨੇ ਨਾਨਕਿਆਂ ਦੇ, ਉਹਨੇ ਦਾਦਕਿਆਂ ਦੇ, ਉਹਨੇ ਪੇਕਿਆਂ ਦੇ, ਉਹਨੇ ਸਹੁਰਿਆਂ ਦੇ, ਉਹਨੇ ਮਲਿਆਰਿਆਂ ਦੇ, ਉਹਨੇ ਨਨਾਣ ਦੇ, ਉਹਨੇ ਦੋਸਤਾਂ ਦੇ, ਉਹਨੇ ਦੁੱਪਰਾਂ ਦੇ, ਆਪ ਲੈ ਕੇ ਜਾਣਾ। ਚੌਥੀ ਨਾ ਹੈ। ਗੱਠਾਂ ਵੱਜਦੀਆਂ ਜਾ ਰਹੀਆਂ ਨੇ, ਗੰਢਾਂ ਵੱਜਦੀਆਂ ਜਾ ਰਹੀਆਂ ਨੇ, ਉਹਨੂੰ ਨਹੀਂ ਦਿਖ ਰਹੀਆਂ, ਉਹਨੂੰ ਵੀ ਨਹੀਂ ਦਿਖ ਰਹੀਆਂ, ਬਟ ਗੰਢਾਂ ਵੱਜ ਰਹੀਆਂ ਨੇ। ਪੰਜਵੀਂ, ਉਹਦੀ ਜ਼ਰੂਰਤ ਦੀ ਹਰ ਸ਼ੈ ਕੋਈ ਹੋਰ ਖਰੀਦ ਰਿਹਾ ਹੈ, ਕਿਉਂਕਿ ਉਹਨੂੰ ਪਤਾ ਹੈ ਬ੍ਰਾਂਡਡ ਕੱਪੜੇ ਕਿੱਦਾਂ ਖਰੀਦੀਦੇ, ਬ੍ਰਾਂਡਡ ਸਮਾਨ ਕਿੱਦਾਂ ਖਰੀਦੀਦਾ। ਉਹਦੀ ਜ਼ਰੂਰਤ ਦੀ ਹਰ ਸ਼ੈ ਕੋਈ ਹੋਰ ਖਰੀਦ ਰਿਹਾ ਹੈ। ਛੇਵੀਂ ਨਾ, ਉਹਨੂੰ ਸਿਨੇਮਾ ਪਸੰਦ ਹੈ, ਮਰਦ ਲਈ ਬੋਰ। ਉਹ ਸਿਨੇਮਾ ਪਸੰਦ ਕਰਦੀ ਹੈ। ਸੂਖਮ ਭਾਵੀ, ਕੋਮਲ ਭਾਵੀ, ਸਿਰਜਣਾਤਮਕ, ਕ੍ਰੀਏਟਿਵ, ਸੰਵੇਦਨਸ਼ੀਲ, ਮਰਦ ਨੂੰ ਬੋਰ, ਉਹਨੂੰ ਬੋਰ ਕਰਦਾ ਸਿਨੇਮਾ। ਸੱਤਵੀਂ ਨਾ,
ਗਲਾਦੜ ਤੀਵੀਆਂ ਨਾਲ ਕੋਈ ਗੱਲਾਂ ਕਰਦੀ ਫਿਰੇ ਮਰਦ ਨੂੰ ਬਿਲਕੁਲ ਪਸੰਦ ਨਹੀਂ। ਊਟ ਪਟਾਂਗ, ਤੁਸੀਂ ਆਪਣੇ ਮਨ ਦੀ ਗੱਲ ਨਹੀਂ ਕਿਸੇ ਨਾਲ ਕਰ ਸਕਦੇ। ਮਰਦ ਨੂੰ ਪਸੰਦ ਨਹੀਂ। 7ਵੀਂ ਨਾਂ ਆ ਤੇ 7ਵੀਂ ਗੰਢ ਆ। 8ਵੀਂ ਉਹਦਾ ਸਿਰਫ ਦੈਹਿਕ ਸਮਰਪਣ ਦੇਖਿਆ ਜਾ ਰਿਹਾ। ਬੜੇ ਸੂਖਮ ਤਰੀਕੇ ਦੇ ਨਾਲ ਤ੍ਰਿਪਤਾ ਹੋਣਾ ਨੇ, ਬੜੇ ਸਗਲ ਤਰੀਕੇ ਦੇ ਨਾਲ, ਬੜੇ ਸਹਿਜ ਤਰੀਕੇ ਦੇ ਨਾਲ, ਬੜੇ ਪੇਚੀਦਾ ਹੁੰਦੇ ਨੇ ਸਵਾਲ ਸਮਾਜ ਦੇ ਸਾਹਮਣੇ, ਲਿਟਰੇਚਰ ਦੇ ਸਾਹਮਣੇ। ਖਾਸ ਕਰ ਜਦੋਂ ਔਰਤ ਇਹੋ ਜਿਹੇ ਮਸਲਿਆਂ ਨੂੰ ਲੈ ਕੇ ਲਿਖਦੀ ਹੈ ਤਾਂ ਉਹਦੇ ਕਿਤੇ ਭਾਵੁਕ ਹੋ ਜਾਣ, ਦਰਵਿਤ ਹੋ ਜਾਣ, ਤਿਲਕ ਜਾਣ, ਕਠੋਰ ਹੋ ਜਾਣ, ਨਾਰੀਵਾਦੀ ਵਰਗੀ ਜਿਹੋ ਜਿਹੀਆਂ ਅਸੀਂ ਅਜੀਬ ਕਿਸਮ ਦੀਆਂ ਉਹ ਗੱਲਾਂ ਸੁਣਦੇ ਆ ਰਹੇ ਹਾਂ। ਪਰ ਉਹ ਆਪਣੇ ਇਹਨਾਂ ਸਾਰੇ ਭਾਵਾਂ ਨੂੰ ਆਪਣੀ ਸੂਖਮਤਾ ਬਚਾਉਂਦਿਆਂ ਇੰਨੀ ਸਹਿਜਤਾ ਦੇ ਨਾਲ ਲਿਖ ਜਾਂਦੇ ਨੇ ਕਿ ਤੁਸੀਂ ਦੰਗ ਰਹਿ ਜਾਂਦੇ ਹੋ। 8ਵੀਂ ਨਾਂ ਕਿ ਦੈਹਿਕ ਸਮਰਪਣ ਹੈ, ਉਹਦਾ ਸਿਰਫ ਦੈਹਿਕ ਸਮਰਪਣ ਮਰਦ ਨੂੰ ਦਿਖਾਈ ਦੇ ਰਿਹਾ। ਫਿਰ 9ਵੀਂ ਆਣ ਕੇ ਬਗਾਵਤ ਸ਼ੁਰੂ ਹੈ। नौवीं दिशा जी है वो बगावत है और बहुत ही सहज। मर्द नूं गहने पसंद ने, उहदी झांझर दी छनन छनन पसंद है। हौली हौली गहने लॉकर चले जाते हैं, झांझर भी चली जाती है। उन्हें ला दी है झांझर। मैं फिर कहना नारा बन सकती है कहानी किते ना आके, बिल्कुल नहीं। वो खबर भी नहीं होनी कदों गहने लाई है, लॉकर चले गए। झांझर मर्द नूं बहुत ज्यादा भाउंदी है, उसकी झांझर झांझर भी चली गई। तोहफा जिहड़ा उहदे लई आया है वो एक दिन कह रही है मैनूं दे दिओ तोहफे च, पर वो एक ही ऊट पटांग है, उहदे लई तोहफा आया है। बगावत की गल कर बड़ा सिंबॉलिक चम चम करदा सुनहरा सोन नथ है। फिर मैं वही कहना कि नी सूखम मुस्कुराउंदी है, तुसी ध्यान नहीं दिता। मैं तो कदों दा नक दा कोका भी ला सुटिया, हुण तां वो जिहड़ा छिद्र है सुराख नक दा वो भी बंद हो गया। सिरा नथ साडे फ्यूडल च आउंदा सी, नथ खसम दे हथ मैं हुण ना खसमी नाही। ते तृप्ता कहती है नथ जिहड़ी है ना ये लॉकर च रख। फिर ਉਹਦੇ ਇੱਕ ਦਿਨ ਦਾ ਸੁਪਨਾ ਵੀ ਪਰਚੀ ਦੇ ਰੂਪ 'ਚ ਮਸਲ ਦਿੱਤਾ ਜਾਂਦਾ, ਜਿੱਥੇ ਕਹਾਣੀ ਆਪਣਾ ਸਿਖਰਲਾ ਅੰਤ ਭੋਗਦੀ। यार ये ट्रूथ है, इन्ना ही कौड़ा है ट्रूथ। तो मैनू उहदियां पिछलियां सारियां ही पात्र जिहड़ियां ने उन्हां दे मनां च ਵੱਜਦੀਆਂ ਗੰਢਾਂ ਦਾ एहसास इन्नी शिद्दत नाल, हाँ यार
आले दुआले झाकते हैं, असी भी लेखक हाँ, असी भी समाज च विचरते हैं, असी भी इन्हें सारिया सूखमतावां नूं हंडाउंदे हैं, वाचते हैं, चिंतन करते हैं। पर मैं फिर देखा भी किते ना किते असी जिहड़ी गल भुल जाते हैं, तुसी अपने अनुभव चों अपने जो लिटरेचर चों अपने अनुभव नूं खारज नहीं कर सकते। कई बार वो गल्लां तुहाडे मन च नहीं आ सकदियां, जिहड़ी औरत होण दे नाते औरत दे मन दे विच पलदियां रहिंदियां ने, पसरदियां रहिंदियां ने, फैलदियां रहिंदियां ने, ਉਹਦੇ ਕੋਣਿਆਂ ਨੂੰ ਢੱਕਦੀਆਂ ਰਹਿੰਦੀਆਂ ਨੇ, ਰਿੱਝਦੀਆਂ ਪੱਕਦੀਆਂ ਰਹਿੰਦੀਆਂ ਨੇ, ਉਹਦੇ ਤੇ ਉਹਦਾ ਚਿੰਤਨ ਚੱਲਦਾ ਰਹਿੰਦਾ ਹੈ। ਉਹਦਾ ਚਿੰਤਨ ਆਪਣੇ ਯਥਾਰਥ ਦਾ, ਆਪਣੇ ਅਨੁਭਵ ਦਾ ਚਿੰਤਨ ਜਿਹੜਾ ਨਾ ਉਹਦਾ ਹੀ ਹੋ ਸਕਦਾ। ਮੈਂ ਇੱਥੇ ਫਿਰ ਇੱਕ ਵਾਰ ਫਿਰ ਆ ਜਾਂਦਾ ਕਿ ਤੁਹਾਨੂੰ ਤੁਹਾਡਾ ਯਥਾਰਥ ਉਹ ਨਹੀਂ ਹੋ ਸਕਦਾ ਜਿਹੜਾ ਕਿਸੇ ਦਾ ਆਪਣਾ ਇੱਕ ਔਰਤ ਜਾਂ ਮਰਦ ਹੋਣ ਦੇ ਨਾਤੇ ਤੇ, ਕਿਉਂਕਿ ਇਹ ਬਹੁਤ ਜ਼ਿਆਦਾ महत्वपूर्ण नुकता है साडे पितर की सत्ता दे दाबे का, साडे सभ्याचारक अवचेतन का, किसी भी समाज के सभ्याचारक अवचेतन का ये बहुत अहम पहलू हुंदा है, जिहड़ा जिहड़ा विचारिया जाना बहुत जरूरी है। सैकेंड टाइप दी जिहड़ियां उन्हां दीयां कहानियां ने है ना, जिहड़ियां जिन्हों मैं कहांगा समाजिक सरोकारां दीयां कहानियां, खास करके दलित औरत दीयां, पेंडू दलित औरत दे जीवन दियां, तुहानूं लगेगा कि शायद उन्होंने जीवन इन्ना ही अकैरा है कि उन्होंने जी मानसिक टुट भज जिन्नी बरीकी ने नाल मिडल क्लासी औरतों की मानसिकता दे विचों खुब के कढ़ लियाउंदी है कुछ गुंझलां नूं तृप्ता के सिंह, तां उन्हां दे बाहरी समाजिक दाबे जिहड़ा है ना, देखो सानूं ये पता होना चाहिए है, ये एक यथार्थ है कि जिहड़ी साडी पेंडू दलित औरत है उहदा एक अपना यथार्थ है, और उहदे विच बाहरी यथार्थ, बाहरी दाबे, बाहरी उहदी लोगां दी हवस जिहड़ी है, मरदामी हवस जिहड़ी है, इत्थे दाबा ते हवस ਉਹਨੂੰ ਦਾਬੇ ਦਾ ਘੱਟ ਸ਼ਿਕਾਰ ਹੋਣਾ ਪੈਂਦਾ ਹੈ, ਬਟ ਉਹਨੂੰ ਮਰਦਾਵੇਂ ਜਬਾੜਿਆਂ ਦੇ ਵਿੱਚ ਇੱਕ ਦਮ ਆਉਣਾ, ਉਹ ਚਾਹੇ ਉਹਦੇ ਚਾਚੇ ਦੁਆਰਾ ਰੇਪ ਵਰਗੀਆਂ ਘਟਨਾਵਾਂ ਨੇ, ਚਾਹੇ ਜਾਂ ਉਹ ਜ਼ਿਮੀਂਦਾਰਾਂ ਦੇ ਜਿੱਥੇ ਜਾ ਕੇ ਉਹ ਕੰਮ ਕਰਦੀਆਂ ਨੇ ਉੱਥੇ ਉਹਦੀ ਪੋਤੀ ਵਰਗੀ ਕਾਮੀ ਕੁੜੀ ਦੇ ਨੂੰ ਹਬਸੇ ਦਾ ਸ਼ਿਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਨੇ, ਜਿੱਥੋਂ ਫਿਰ ਜਿੱਤ ਕੇ ਨਿਕਲਦੀ ਹੈ ਕੁੜੀ, ਜਾਂ ਹੋਰ ਜਿੰਨੀਆਂ ਵੀ ਉਹਦੀਆਂ ਲੜਾਈਆਂ ਨੇ ਆਪਣੇ ਪੁੱਤ ਨੂੰ ਕਤਲ ਤੱਕ ਕਰ ਦੇਣ ਤੱਕ ਦੇ ਮਰਹਲੇ ਤੱਕ ਜੇ ਉਹਦੀਆਂ ਕਰੈਕਟਰ ਜਿਹੜੀਆਂ ਉਹ ਸਾਰੀਆਂ ਪਹੁੰਚ ਜਾਂਦੀਆਂ ਨੇ, ਤਾਂ ਉਹ ਜਿਹੜਾ ਬਾਹਰੀ ਦਬਾਅ ਹੈ, ਬਾਹਰੀ ਮਰਦਾਵਾਂ ਯਾਤਨਾਵਾਂ ਨੇ ਜਿਹੜੀਆਂ ਉਹਨਾਂ ਦੇ ਪਿੰਡਿਆਂ ਤੇ ਹੰਡਾਉਂਦੀਆਂ ਨੇ, ਮੱਧ ਕਲਾਸੀ ਔਰਤਾਂ ਮਨ ਤੇ ਹੰਡਾਉਂਦੀਆਂ ਨੇ, ਤੇ ਜਿਹੜੀਆਂ ਪੇਂਡੂ ਔਰਤਾਂ ਨੇ, ਦਲਿਤ ਔਰਤਾਂ ਨੇ, ਉਹ ਆਪਣੇ ਮਨ ਤੇ ਪਿੰਡਿਆਂ ਦੇ ਥਰੂ ਮਨ ਤੇ ਹੰਡਾਉਂਦੀਆਂ ਨੇ। ਹੁਣ ਇਹਦੀਆਂ ਮੱਧ ਕਲਾਸੀ ਭਾਵੇਂ ਉਹ ਪਿੰਡਿਆਂ ਤੇ ਉਹਨਾਂ ਦੇ ਸਾਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ ਕਿ ਉਹ ਬਾਹਰੋਂ ਉਹਨਾਂ ਨੂੰ ਕਾਰਾਂ ਵੀ ਮਿਲ ਰਹੀਆਂ ਨੇ, ਕੋਠੀਆਂ ਵੀ ਪਈਆਂ ਨੇ, ਖਾਣ ਪੀਣ ਵੀ, ਬ੍ਰਾਂਡਡ ਕੱਪੜੇ ਵੀ, ਪਰ ਮਨ ਤੇ ਜਿਹੜੀਆਂ ਤਾਰਾਂ, ਨਸਤਰ, ਨੌਤਰਾਂ ਜਿਹੜੀਆਂ ਵੱਜ ਰਹੀਆਂ ਨੇ, ਜਿੰਨੇ ਸ਼ਿੱਦਤ ਦੇ ਨਾਲ ਤ੍ਰਿਪਤਾ ਦਿਖਾਉਂਦੀ ਹੈ, ਤਾਂ ਦਲਿਤ ਔਰਤਾਂ ਦੇ ਬਾਹਰੋਂ ਪਿੰਡਿਆਂ ਤੋਂ ਸਿੰਮਦਾ ਖੂਨ ਕਿਵੇਂ ਉਹਨਾਂ ਦੇ ਮਨ 'ਚ ਜਾ ਕੇ ਅਸਰ ਕਰਦਾ ਹੈ। ਤਾਂ ਇਹ ਦੋ ਤਰ੍ਹਾਂ ਦੀਆਂ ਕਹਾਣੀਆਂ ਉਹਦੀਆਂ ਇੰਟਾਇਰਲੀ ਡਿਫਰੈਂਟ ਸ਼ੈਲੀ, डिफरेंट करैक्टर, डिफरेंट विहार, डिफरेंट ट्रीटमेंट, डिफरेंट जुगतां ਜਿਹੜੀਆਂ ਨੇ ਤੁਸੀਂ ਤ੍ਰਿਪਤਾ ਕੇ ਸਿੰਘ ਹੋਰਾਂ ਦੀਆਂ ਉਹਨਾਂ ਕਹਾਣੀਆਂ ਦੇ ਵਿੱਚ, ਮੈਂ ਕਹਾਣੀਆਂ ਦਾ ਨਾਂ ਨਹੀਂ ਲਵਾਂਗਾ, ਤੁਸੀਂ ਕਿਤਾਬ ਜ਼ਰੂਰ ਪੜ੍ਹੋ ਤ੍ਰਿਪਤਾ ਕੇ ਸਿੰਘ ਹੋਰਾਂ ਦੀ। ਮੈਂ ਤਾਂ ਹੀ ਗੱਲ ਕਰਦਾ ਹੁੰਦਾ ਉਹਨਾਂ ਇਹਨਾਂ ਸਾਰੀਆਂ ਕਿਤਾਬਾਂ ਦੇ ਬਾਰੇ ਦੇ ਵਿੱਚ ਤਾਂ ਕਿ ਉਹਨਾਂ ਬਾਰੇ ਗੱਲ ਹੋ ਸਕੇ। ਮੈਂ 2-3 ਗੱਲਾਂ ਨੋਟ ਕੀਤੀਆਂ। ਤ੍ਰਿਪਤਾ ਕੇ ਸਿੰਘ ਹੋਰਾਂ ਦੀ ਕਹਾਣੀ ਦੇ ਪਾਤਰ ਦੇ ਮਨ 'ਚ ਕਿਤੇ ਵੀ ਹਨੇਰੀ ਗੁਫਾ ਨਹੀਂ ਹੈ, ਕਿਤੇ ਵੀ ਉਹ ਹਨੇਰੀ ਗੁਫਾ नहीं है जिथे नीर होवे, बल्कि ਉਹਦੇ ਤਾਂ ਚਾਨਣ ਲੱਟ ਬਲ ਰਿਹਾ ਹੈ। ਉਹ ਚਾਹੇ ਦਲਿਤ ਔਰਤਾਂ ਨੇ, ਚਾਹੇ ਮੱਧ ਕਲਾਸੀ ਔਰਤਾਂ ਨੇ, ਉਹਨਾਂ ਦੇ ਮਨਾਂ ਦੇ ਅੰਦਰ ਚਾਨਣ ਲੱਟ ਬਲ ਰਿਹਾ ਹੈ। ਔਰ ਉਸ ਚਾਨਣ ਨੂੰ ਹੀ ਤ੍ਰਿਪਤਾ ਕੇ ਸਿੰਘ ਨੇ ਸਾਡੇ ਸਾਹਮਣੇ ਆਪਣੀਆਂ ਕਹਾਣੀਆਂ ਦੇ ਵਿੱਚ ਪਰੋਇਆ ਹੈ। ਉਹ ਲੜਾਈ ਦੇ ਰਹੀਆਂ ਨੇ, ਉਹ ਮੂਕ ਲੜਾਈ ਵੀ ਦੇ ਰਹੀਆਂ ਨੇ, ਉਗਰ ਲੜਾਈ ਵੀ ਦੇ ਰਹੀਆਂ ਨੇ, बहुत सूक्ष्म लड़ाई भी दे रही हैं, बहुत बड़बोली लड़ाई भी दे रही ने।
ਉਹ ਖਮੋਸ਼ ਹੁੰਦੀਆਂ ਜ਼ਿਆਦਾ ਬੜਬੋਲੀਆਂ ਨੇ। ਉਹਨੂੰ ਕਹਿੰਦੀ ਹੱਸ ਕੇ ਕਹਿੰਦੀ ਹੈ, ਮਲਕ ਨਹੀਂ ਹੱਸ ਕੇ ਕਹਿੰਦੀ ਯਾਰ ਮੈਂ ਇਹ ਤਾਂ ਨੱਕ ਦਾ ਛਿੱਦਰ ਵੀ ਬੰਦ ਹੋ ਗਿਆ, ਤੂੰ ਇਹ ਨੱਥ ਨੂੰ ਨਾ ਲੋਕਰ ਚ ਕਰ। ਆ ਮੂਕ ਲੜਾਈ ਹੈ, ਆ ਚੁੱਪ ਰਹਿ ਕੇ ਬੜਬੋਲੀ ਲੜਾਈ ਜਿਹੜੀ ਉਹਦੇ ਮਰਦ ਪਾਤਰ ਦੰਭੀ ਨੇ, ਪਰ ਔਰਤ ਪਾਤਰ ਉਹਦੇ ਸ਼ੀਸ਼ੇ ਵਰਗੇ ਸਾਹ, ਸ਼ੀਸ਼ੇ ਚਾਨਣ ਲੜਾਈ। ਉਹਦੀ ਸ਼ੈਲੀ ਨੂੰ ਮੈਂ ਸੂਖਮ ਭਾਵੀ ਕਹਾਂਗਾ। ਕਹਾਣੀ ਦੀ ਤੋਰ ਪਹਿਲਾਂ ਸਿਖਰ ਵੱਲ, ਫਿਰ ਉੱਥੇ ਸਹਿਜ ਤੇ ਪਾਤਰ ਕੋਲੋਂ ਉਂਗਲ ਛਡਾ ਲੈਣੀ, ਤੇ ਪਾਤਰ ਸਵਾਲ ਵਾਂਗ ਲਟਕ ਜਾਏਗਾ ਹਵਾ ਦੇ ਵਿੱਚ। ਪਾਠਕ ਵੀ ਸਵਾਲ ਵਾਂਗ ਲਟਕ ਜਾਏਗਾ ਹਵਾ ਦੇ ਵਿੱਚ, ਜਿਵੇਂ ਤ੍ਰਿਪਤਾ ਹੌਲੀ ਜਿਹੀ ਪਾਠਕ ਕੋਲੋਂ ਉਂਗਲ ਛਡਾ ਲੈਂਦੀ। ਥੈਂਕ ਯੂ ਵੈਰੀ ਮਚ।